ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅੱਜ ਅਸੀਂ ਇੱਕ ਅਜਿਹੇ ਮੁੱਦੇ 'ਤੇ ਗੱਲ ਕਰਾਂਗੇ ਜਿਹਦੇ ਬੜੇ ਦੂਰਗਾਮੀ ਨਤੀਜੇ ਆਉਣੇ ਨੇ। ਉਹ ਹੈ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਸ਼ਾਹੀਨ ਬਾਗ ਬਾਰੇ ਦਿੱਤਾ ਫੈਸਲਾ ਕਿ ਜਨਤਕ ਥਾਵਾਂ 'ਤੇ ਕਬਜ਼ਾ ਨਹੀਂ ਜਮਾਇਆ ਜਾ ਸਕਦਾ। ਅਤੇ ਇਸ ਮਸਲੇ 'ਤੇ ਇਸ ਮੁੱਦੇ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਉੱਘੇ ਪੱਤਰਕਾਰ ਹਮੀਰ ਸਿੰਘ ਜੀ ਨੇ। ਹਮੀਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਜੀ ਸ਼ੁਕਰੀਆ। ਹਮੀਰ ਜੀ, ਇਹ ਦੱਸੋ ਕਿ ਸ਼ਹੀਨ ਬਾਗ ਦਾ ਇਹ ਫੈਸਲਾ ਕੀ ਹੈ ਅਤੇ ਇਸ ਦਾ ਜਿਹੜਾ, ਕਿਉਂਕਿ ਇਸ ਕਰਕੇ ਅੱਜ ਅਸੀਂ ਮੁੱਦਾ ਚੁੱਕਿਆ ਕਿਉਂਕਿ ਪੰਜਾਬ ਦੇ ਕਿਸਾਨ ਵੀ ਅਤੇ ਹੋਰ ਜਥੇਬੰਦੀਆਂ ਵੀ ਸੜਕਾਂ 'ਤੇ ਆਈਆਂ ਹੋਈਆਂ ਨੇ, ਵੱਖ-ਵੱਖ ਥਾਂ 'ਤੇ ਧਰਨੇ ਮੁਜ਼ਾਹਰੇ ਹੋ ਰਹੇ ਨੇ। ਅਤੇ ਇਹ ਦੋ ਸਵਾਲਾਂ ਦਾ ਇੱਕ ਜਵਾਬ ਦਿਓ ਵੀ ਸ਼ਹੀਨ ਬਾਗ ਮਸਲਾ ਕੀ ਹੈ ਅਤੇ ਇਹਦਾ ਪੰਜਾਬ 'ਤੇ ਸੰਘਰਸ਼ ਦੇ ਉੱਤੇ ਕੀ ਅਸਰ ਹੈ। ਅਸਲ 'ਚ ਸ਼ਾਹੀਨ ਬਾਗ ਦਾ ਲੋਕਾਂ ਦੇ ਚੇਤਿਆਂ 'ਚ ਹਜੇ ਹੋਣਾ ਹੈ ਕਿਉਂਕਿ ਕਰੋਨਾ ਕਰਕੇ ਸ਼ਾਇਦ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਗਿਆ ਹੋਵੇ। ਸ਼ਾਹੀਨ ਬਾਗ ਇੱਕ ਇਹੋ ਜਿਹਾ ਮੋਰਚਾ ਲੱਗਿਆ ਸੀਗਾ, ਇੱਕ ਇਲਾਕਾ ਹੈ ਜਿਹੜੇ ਦਿੱਲੀ ਦੇ ਵਿੱਚ, ਜਿਹੜੇ ਇਲਾਕੇ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਜਦੋਂ ਮੁਸਲਿਮ ਭਾਈਚਾਰੇ ਨੂੰ ਇਹ ਲੱਗਿਆ ਕਿ ਸਾਨੂੰ ਬਾਹਰ ਕੱਢ ਦਿੱਤਾ ਗਿਆ, ਤਾਂ ਪਹਿਲੀ ਵਾਰ ਲੀਡਰਾਂ ਤੋਂ ਬਿਨਾਂ, ਕੋਈ ਚਿਹਰਾ ਨਹੀਂ, ਵਿਦਆਊਟ ਚਿਹਰੇ ਤੋਂ ਔਰਤਾਂ ਦਾ ਇੱਕ ਬੜਾ ਵੱਡਾ ਅੰਦੋਲਨ ਹੋਰ ਨਿਬੜਿਆ ਉਹ। ਅਤੇ ਸ਼ਾਹੀਨ ਬਾਗ ਤਾਂ ਇੱਕ ਆਪਣੇ ਆਪ 'ਚ ਸਿੰਬਲ ਸੀ। ਉਹਨਾਂ ਨੇ ਬਹੁਤ ਲੋਕਾਂ ਦੀ ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ, ਆਲੇ ਦੁਆਲੇ ਖਿੱਤੇ 'ਚ ਲੋਕਾਂ ਦੀ ਕਲਪਨਾ ਨੂੰ ਖਿੱਚਿਆ। ਮਤਲਬ ਇਹ ਬੜੇ ਦੇਰ ਬਾਅਦ ਇੱਕ ਆਪਣੇ ਕਿਸਮ ਦਾ ਨਿਵੇਕਲਾ ਅੰਦੋਲਨ ਸੀ, ਜਿਹੜੇ ਅੰਦੋਲਨ ਨੇ ਲੋਕਾਂ ਨੂੰ ਇਹ ਮਹਿਸੂਸ ਕਰਾਇਆ ਅਤੇ ਸਰਕਾਰਾਂ ਨੂੰ ਵੀ ਇਹ ਮਹਿਸੂਸ ਕਰਾਇਆ ਕਿ ਇਹ ਤਰੀਕਾ ਵੀ ਹੈ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਆਪਣੇ ਗੱਲ ਕਹਿੰਦੇ ਹੋ, ਬੈਠੇ ਰਹਿੰਦੇ ਹੋ, ਕੋਈ ਹੋ ਹੱਲਾ ਨਹੀਂ ਕਰਦੇ। ਔਰ ਇਹ ਲੰਮਾ ਚੱਲਿਆ, ਲਗਾਤਾਰ ਇੰਨਾ ਲੰਮਾ ਅੰਦੋਲਨ ਚੱਲਣਾ। ਔਰ ਇਹਦੇ 'ਚ ਪੰਜਾਬ ਦਾ ਇਸ ਕਰਕੇ ਉਹਦੇ ਨਾਲ ਸੰਬੰਧ ਵੀ ਇਹ ਜੁੜਦਾ, ਉਦੋਂ ਤੋਂ ਹੀ ਜੁੜ ਗਿਆ ਸੀ। ਪੰਜਾਬ ਦੀ ਕਿਸਾਨ ਜਥੇਬੰਦੀਆਂ ਵੱਲੋਂ ਵੀ, ਪੰਜਾਬ ਦੇ ਲੋਕਾਂ ਵੱਲੋਂ ਵੀ ਉੱਥੇ ਜਾ ਕੇ ਸ਼ਾਹੀਨ ਬਾਗ ਦੇ ਵਿੱਚ ਵੀ ਮਤਲਬ ਸਹਾਇਤਾ ਕੀਤੀ ਗਈ ਉਸ ਮਾਮਲੇ ਦੇ ਵਿੱਚ ਕਿ ਸਰਕਾਰ ਇੱਕ ਖਾਸ ਘੱਟ ਗਿਣਤੀ ਨਾਲ ਗਲਤ ਕਰ ਰਹੀ ਹੈ ਅਤੇ ਉਹਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਇਹਦੇ ਨਾਲ ਇਹ ਕਰੋਨਾ ਦੇ ਵਿੱਚ ਆ ਕੇ ਉਹ ਉੱਠ ਗਿਆ। ਇਕੱਲਾ ਸ਼ਹੀਨ ਬਾਗ ਨਹੀਂ, ਹੋਰ 50 ਜਗ੍ਹਾ 'ਤੇ ਸ਼ਹੀਨ ਬਾਗ ਦੇ ਵਰਗੇ ਮੋਰਚੇ ਲੱਗੇ ਸ਼ਹੀਨ ਬਾਗ ਨੂੰ ਦੇਖਦੇ ਹੋਏ। ਪੰਜਾਬ ਦੇ ਵਿੱਚ ਵੀ ਮਲੇਰਕੋਟਲੇ ਲਗਾਤਾਰ ਚੱਲਦਾ ਰਿਹਾ, ਮਾਨਸਾ 'ਚ ਚੱਲਿਆ, ਲੁਧਿਆਣੇ 'ਚ ਚੱਲਿਆ, ਈਵਨ ਉਧਰ ਬਿਹਾਰ ਦੇ ਵਿੱਚ, ਕਲਕੱਤੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਇਹ ਅੰਦੋਲਨ ਚੱਲੇ। ਹੁਣ ਕੀ ਕੀਤਾ ਹੈ, ਉਦੋਂ ਤੋਂ ਹੀ ਸੁਪਰੀਮ ਕੋਰਟ ਨੇ ਵੀ ਇਹਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਇੱਕ ਪਟੀਸ਼ਨ ਪਾਈ ਸੀ। ਉਹਨੇ 3 ਬੜੇ ਸੀਨੀਅਰ ਆਦਮੀਆਂ ਨੂੰ, ਸੀਨੀਅਰ ਵਕੀਲਾਂ ਨੂੰ ਵਾਰਤਾਕਾਰ ਬਣਾ ਕੇ ਭੇਜਿਆ ਕਿ ਦੇਖੋ ਉੱਥੇ ਕੀ ਮਾਹੌਲ ਹੈ। ਹਜੇ ਤੱਕ ਉਹਨਾਂ ਦੀ ਰਿਪੋਰਟ ਤਾਂ ਨਹੀਂ ਪਤਾ ਕੀ ਹੈ ਕਿਉਂਕਿ ਉਹ ਅਦਾਲਤ ਨੂੰ ਦਿੱਤੀ ਹੋਈ ਹੈ ਅਤੇ ਪਰ ਸਾਹਮਣੇ ਨਹੀਂ ਆਈ, ਪਰ ਉਹਨਾਂ ਨੇ ਇੰਨਾ ਕੁ ਜ਼ਰੂਰ ਕਿਹਾ ਸੀ ਉਦੋਂ ਦੇਖਦੇ ਹੋਏ ਕਿ ਜਿਹੜਾ ਪੁਲਿਸ ਇੱਕ ਐਲੀਗੇਸ਼ਨ ਲਾ ਰਹੀ ਸੀ ਕਿ ਇਹਨਾਂ ਨੇ ਸਭ ਕੁਝ ਬੰਦ ਕਰਤਾ। ਅਸਲ 'ਚ ਇਹ ਸੀ ਵੀ ਉਹ ਇੱਕ ਸਾਈਡ 'ਤੇ 1 ਰੋਡ ਬੰਦ ਸੀ, 2 ਉਸ ਰਸਤੇ ਹੋਰ ਵੀ ਆਉਣ ਜਾਣ ਦੇ ਰਸਤੇ ਸੀ। ਉਹ ਕਹਿੰਦੇ ਸਰਕਾਰ ਜਾਣਬੁੱਝ ਕੇ ਬੰਦ ਕਰ ਰਹੀ ਹੈ ਬਾਕੀ ਰਸਤੇ ਤਾਂ ਕਿ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਹੁਣ ਉਹ ਪਟੀਸ਼ਨ ਚਲਦੀ ਕੋਰਟ ਨੇ ਰਿਜ਼ਰਵ ਰੱਖਿਆ ਹੋਇਆ ਸੀ ਆਪਣੀ ਜੱਜਮੈਂਟ, ਪਰਸੋਂ ਉਹ ਜੱਜਮੈਂਟ ਜਾਰੀ ਕਰਤੀ ਹੈ, ਜਿਹਦੇ 'ਚ ਅਦਾਲਤ ਨੇ ਇਹ ਕਿਹਾ ਕਿ ਭਾਵੇਂ ਵਿਚਾਰ ਪ੍ਰਗਟਾਵੇ ਦਾ ਜਿਹੜਾ ਹੱਕ ਹੈ ਇਹ ਸੰਵਿਧਾਨ ਦਾ ਬੁਨਿਆਦੀ ਹੱਕ ਹੈ, ਸੰਵਿਧਾਨ 'ਚੋਂ ਮਿਲਿਆ ਹੋਇਆ, ਔਰ ਜਮਹੂਰੀਅਤ ਅਤੇ ਡਾਇਸੈਂਟ ਜਿਹਨੂੰ ਕਹਿੰਦੇ ਆ ਬਖਰੇਵਾਂ, ਵਿਚਾਰਾਂ ਦਾ ਬਖਰੇਵਾਂ ਨਾਲੋਂ ਨਾਲ ਚੱਲਦੇ ਨੇ। ਪਰ ਇਹਦੇ ਬਾਵਜੂਦ ਸ਼ਾਹੀਨ ਬਾਗ ਦਾ ਉਦਾਹਰਨ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਜਨਤਕ ਰਾਹ ਨੇ ਜਿਹੜੇ, ਜਾਂ ਜਨਤਕ ਥਾਵਾਂ ਨੇ ਜਿਹੜੀਆਂ, ਉਹਨੂੰ ਅਣਮਿੱਥੇ ਸਮੇਂ ਦੇ ਲਈ ਕਬਜ਼ਾਉਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਅਣਮਿੱਥੇ ਸਮੇਂ ਲਈ ਜੇਕਰ ਉਹਦੇ 'ਤੇ ਕੋਈ ਪਰਮਾਨੈਂਟ ਬਹਿੰਦਾ ਤਾਂ ਇਹਦੇ ਨਾਲ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ। ਇਸ ਕਰਕੇ ਜਿਹੜੇ ਸੰਘਰਸ਼ ਨੇ, ਰੋਸ ਪ੍ਰਗਟਾਵੇ ਨੇ, ਇਹ ਨਾਮਜ਼ਦ ਕੀਤੀਆਂ ਹੋਈਆਂ ਥਾਵਾਂ 'ਤੇ ਹੋਣੇ ਚਾਹੀਦੇ ਨੇ, ਜਿੱਥੇ ਵੀ ਏਰੀਆ ਵਾਈਜ਼, ਜਿੱਥੇ ਕੋਈ ਸਟੇਟਾਂ ਜਾਂ ਜਿੱਥੇ ਕੋਈ ਸਰਕਾਰਾਂ, ਜਿੱਥੇ ਪ੍ਰਸ਼ਾਸਨ ਨਾਮਜ਼ਦ ਕਰੇਗਾ ਕਿ ਫਲਾਨੀ ਜਗ੍ਹਾ ਕਰੋ, ਔਰ ਉਹ ਜਗ੍ਹਾ ਇਸ ਤਰੀਕੇ ਦੀਆਂ ਹੋਣਗੀਆਂ ਜਿੱਥੇ ਜਿਹੜੇ ਆਮ ਲੋਕ ਨੇ ਜਾਂ ਆਮ ਆਉਣ ਜਾਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਇਹ ਮੋਟੀ ਜੀ ਜੱਜਮੈਂਟ ਉਸ ਮਾਮਲੇ ਦੇ ਵਿੱਚ ਹੈ। ਫਿਰ ਹੁਣ ਜਿੰਨੇ ਅੰਦੋਲਨ ਚੱਲ ਰਹੇ ਨੇ, ਮੰਨ ਲਓ ਪੰਜਾਬ ਦਾ ਅੰਦੋਲਨ ਚੱਲ ਰਿਹਾ, ਕਿਸਾਨ ਦਾ ਅੰਦੋਲਨ ਹੈ, ਜਾਂ ਹਰਿਆਣੇ ਦੇ ਵਿੱਚ ਵੀ ਅੰਦੋਲਨ ਚੱਲ ਰਿਹਾ, ਬਾਕੀ ਜਗ੍ਹਾ ਵੀ ਵੱਖ-ਵੱਖ ਤਰ੍ਹਾਂ ਦੇ ਅੰਦੋਲਨ ਨੇ। ਇਹ ਸਾਰੇ ਅੰਦੋਲਨ ਵੀ ਉਸੇ ਨਾਲ ਨੇ। ਪੰਜਾਬ ਦੇ ਕਿਸਾਨ ਨੇ ਵੀ ਰੇਲਾਂ ਰੋਕੀਆਂ ਹੋਈਆਂ ਨੇ ਉਦੋਂ ਤੋਂ ਲੈ ਕੇ, ਰੇਲ ਬੰਦ ਹੈ। ਰੇਲ ਬੰਦ ਦਾ ਮਤਲਬ ਹੈ ਕਿ ਉਹਦੇ 'ਚ ਵੀ ਬਥੇਰੇ ਯਾਤਰੂ ਵੀ ਜਾਂਦੇ ਹੋਣਗੇ ਅਤੇ ਬਾਕੀ ਮਾਲ ਭਾੜਾ ਵੀ ਜਿਹੜਾ ਬਾਕੀ ਦੀਆਂ ਚੀਜ਼ਾਂ ਨੇ।
ਇਸੇ ਤਰ੍ਹਾਂ ਸੜਕਾਂ ਵੀ ਨੇ। ਅੱਜ ਵੀ ਹਰਿਆਣੇ ਦੇ ਕਿਸਾਨਾਂ ਦੀ ਸਪੋਰਟ ਦੇ ਵਿੱਚ 2 ਘੰਟੇ ਜਿਹੜਾ ਰੋਡ ਜਾਮ ਰਹੀ ਹੈ, ਸੜਕ ਜਾਮ ਰਹੀ ਹੈ ਉਸ ਮਾਮਲੇ ਦੇ ਵਿੱਚ। ਔਰ ਇਹਦੇ 'ਤੇ ਵੀ ਬਾਕੀ ਦੀਆਂ ਵੀ ਜਿਹੜੀਆਂ ਚੀਜ਼ਾਂ ਦਾ ਘਰਾਓ ਹੋਰ ਕੀਤਾ ਹੋਇਆ ਹੈ, ਇਹ 'ਤੇ ਵੀ ਅਗਲਾ ਕਹਿ ਦੂਗਾ ਜੀ ਪੈਟਰੋਲ ਪੰਪ ਰਿਲਾਇੰਸ ਦੇ ਬੰਦ ਨੇ। ਬੰਦਾ ਕਹਿੰਦਾ ਵੀ ਮੈਂ ਤਾਂ ਨੇੜੇ ਤੋਂ ਪੈਟਰੋਲ ਪਵਾਉਣਾ ਸੀ ਅਤੇ ਮੈਨੂੰ ਤਾਂ ਪਰੇਸ਼ਾਨੀ ਹੋ ਰਹੀ ਹੈ ਅਤੇ ਹੁਣ ਤੁਸੀਂ ਇਹ ਬੰਦ ਕਰਤੇ 40-50 ਪੈਟਰੋਲ ਪੰਪ। ਇਹ ਵੀ ਫਿਰ ਆਟੋਮੈਟਿਕਲੀ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਦਾ ਅਸਰ ਹਰ ਅੰਦੋਲਨ 'ਤੇ ਪਏਗਾ ਦੇਸ਼ ਦੇ ਵਿੱਚ ਜਿਹੜਾ ਵੀ ਹੋ ਰਿਹਾ। ਕੱਲ੍ਹ ਨੂੰ ਉਹ ਸਰਕਾਰਾਂ ਕਿਸ ਢੰਗ ਨਾਲ ਉਸ ਦੇ ਮੁਤਾਬਕ ਫੈਸਲਾ ਕਰਦੀਆਂ ਨੇ। ਵੈਸੇ ਤਾਂ ਸਰਕਾਰਾਂ ਕੋਲ ਪਹਿਲਾਂ ਹੀ ਇਹੋ ਜਿਹੇ ਹਥਿਆਰ ਬਹੁਤ ਨੇ ਕਿ ਉਹ ਦਫਾ 144 ਲਾ ਦਿੰਦੀ ਹੈ। ਆਮ ਤੌਰ 'ਤੇ ਦਫਾ 144 ਲਗਾਤਾਰ ਲੱਗਦਾ ਰਹਿੰਦਾ ਹੈ। ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਇੱਕ ਮਾਮਲੇ ਦੇ ਵਿੱਚ ਹੈਬਿਸ ਕਾਰਪਸ ਜਦੋਂ ਪਾਈ ਗਈ, ਉਹਦੇ 'ਚ ਕਿਹਾ ਇਸੇ ਜਨਵਰੀ ਦੇ ਵਿੱਚ ਇਸੇ ਸਾਲ ਕਿ ਤੁਸੀਂ ਕਿਸੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਵਾਸਤੇ ਲਗਾਤਾਰ ਕੰਟੀਨਿਊ 144 ਦਾ ਇਸਤੇਮਾਲ ਨਹੀਂ ਕਰ ਸਕਦੇ। ਲੋਕਾਂ ਨੂੰ ਆਪਣੀ ਰਾਏ ਪ੍ਰਗਟ ਕਰਨ ਦਾ ਹੱਕ ਹੈ। ਹੁਣ ਕਿੰਨੇ ਟਕਰਾਵੀਆਂ ਵੀ ਚੀਜ਼ਾਂ ਇਹਦੇ 'ਚ ਆ ਜਾਂਦੀਆਂ ਨੇ। ਇਹ ਜਿਹੜੇ ਕਾਨੂੰਨਦਾਨ ਨੇ, ਜਿਹੜੇ ਸੰਵਿਧਾਨ ਦੇ ਮਾਹਰ ਨੇ, ਇਹਦੇ 'ਤੇ ਉਹ ਉਦੋਂ ਤੋਂ ਲੈ ਕੇ ਚਰਚਾ ਕਰ ਰਹੇ ਨੇ, ਅਖਬਾਰਾਂ ਐਡੀਟੋਰੀਅਲ ਲਿਖ ਰਹੀਆਂ ਨੇ ਔਰ ਇਹ ਕਹਿ ਰਹੀਆਂ ਨੇ ਕਿ ਜਿਹੜਾ ਬੁਨਿਆਦੀ ਹੱਕ ਹੈ ਵਿਚਾਰ ਪ੍ਰਗਟਾਵੇ ਦਾ, ਸ਼ਾਂਤਮਈ ਤਰੀਕੇ ਨਾਲ ਵਿਚਾਰ ਪ੍ਰਗਟਾਵੇ ਦਾ ਅਤੇ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋ ਕੇ ਰੋਸ ਪ੍ਰਗਟ ਕਰਨ ਦਾ, ਇਹਨੂੰ ਕਿਸੇ ਹੱਦ ਤੱਕ ਉਹ ਸੀਮਤ ਕਰਦਾ, ਕਿਸੇ ਹੱਦ ਤੱਕ ਉਹਦੀ ਹੱਦ ਤੈਅ ਕਰ ਦਿੰਦਾ, ਜਿਹਦੇ ਕਰਕੇ ਇਹਦੇ 'ਤੇ ਲੰਮੀ ਡਿਬੇਟ ਦਾ ਸਵਾਲ ਹੈ। ਇਹ ਲਗਭਗ ਉਹੀ ਜਿਹੀ ਡਿਬੇਟ ਹੋਏਗੀ ਮੇਰਾ ਖਿਆਲ ਹੈ ਜਿਵੇਂ ਪ੍ਰਸ਼ਾਂਤ ਭੂਸ਼ਣ ਨੂੰ ਮਾਨਹਾਨੀ ਦੇ ਮਾਮਲੇ 'ਚ ਆਈ ਅਤੇ ਉਹਨੇ ਕਿਹਾ ਵੀ ਨਹੀਂ ਇਹ ਮਾਨਹਾਨੀ ਨਹੀਂ ਅਤੇ ਮੈਨੂੰ ਕਹਿਣਾ ਪਊਗਾ। ਬਾਅਦ ਦੇ ਵਿੱਚ ਵੱਡੇ ਬੈਂਚ ਕੋਲ ਚਲਾ ਗਿਆ ਉਹ ਜਮਹੂਰੀਅਤ ਦਾ ਜਿਹੜਾ ਬੁਨਿਆਦੀ ਮਾਮਲਾ ਸੀ, 1 ਰੁਪਇਆ ਉਹਨੂੰ ਜੁਰਮਾਨਾ ਕਰਕੇ। ਔਰ ਇਹ ਮਾਮਲਾ ਮੇਰੇ ਖਿਆਲ ਹੈ ਉਦੋਂ ਵੀ ਵੱਡਾ ਮਾਮਲਾ ਹੈ ਜਿਹੜੇ 'ਤੇ ਵਿਚਾਰ ਚਰਚਾ ਜਮਹੂਰੀ ਤਰੀਕੇ ਨਾਲ ਪਾਰਟੀਆਂ ਨੂੰ ਵੀ, ਜਥੇਬੰਦੀਆਂ ਨੂੰ ਵੀ ਕਰਨੀ ਚਾਹੀਦੀ ਹੈ। ਅਤੇ ਮੈਨੂੰ ਇਹ ਲੱਗਦਾ ਵੀ ਜਿਹੜੇ ਲੋਕ ਹੁਣ ਜੇ ਲੋਕਤੰਤਰ 'ਚ ਮੁਜ਼ਾਹਰੇ ਨਹੀਂ ਕਰਨਗੇ, ਪ੍ਰਦਰਸ਼ਨ ਨਹੀਂ ਕਰਨਗੇ ਤਾਂ ਕਿਵੇਂ ਚੱਲੂਗਾ? ਉਹੀ ਸਵਾਲ ਹੈ ਕਿ ਲੋਕ ਕੋਈ ਪਰੇਸ਼ਾਨ ਹੈ, ਇੱਕ ਵਰਗ ਪਰੇਸ਼ਾਨ ਹੈ, ਇੱਕ ਬੰਦਾ ਪਰੇਸ਼ਾਨ ਹੈ ਜਾਂ ਕੋਈ ਵੀ ਚੀਜ਼ ਹੈ, ਉਹਦੇ ਕੋਲ ਕੀ ਤਰੀਕਾ ਹੈ ਕਿ ਉਹ ਆਪਣੀ ਗੱਲ ਸੰਬੰਧਿਤ ਅਥਾਰਟੀ, ਸੰਬੰਧਿਤ ਪ੍ਰਸ਼ਾਸਨ ਜਾਂ ਕਿਤੇ ਪਹੁੰਚਾਵੇ। ਉਹਦੇ ਕੋਲ ਇਹੀ ਤਰੀਕਾ ਹੈ। ਇੱਕ ਤਾਂ ਇਹ ਤਰੀਕਾ ਹੈ ਕਿ ਉਹ ਕਾਲਾ ਬਿੱਲਾ ਲਾ ਲੇ। ਜੇ ਤਾਂ ਸਰਕਾਰਾਂ ਇੰਨੀਆਂ ਸੰਵੇਦਨਸ਼ੀਲ ਹੋਣ ਵੀ ਚਲੋ ਕਾਲਾ ਬਿੱਲਾ ਲਾਤਾ ਜੀ, ਮੇਰੇ ਨਾਗਰਿਕ ਬਹੁਤ ਪਰੇਸ਼ਾਨ ਨੇ, ਇਸ ਲਈ ਸੁਣੀ ਜਾਣੀ ਚਾਹੀਦੀ ਹੈ। ਦੇਖੋ ਜੇ ਸੰਵੇਦਨਸ਼ੀਲ ਹੋਣ ਤਾਂ ਜਦੋਂ ਇੱਕ ਆਮ ਬੰਦਾ ਜਾਂ ਕੋਈ ਜਾਂਦਾ ਹੈ ਉਹ ਉਹਦੀ ਸੁਣਵਾਈ ਕਰ ਸਕਦੇ ਨੇ, ਪਰ ਉਹਨੂੰ ਸੰਘਰਸ਼ ਕਰਨਾ ਪੈਂਦਾ ਅਤੇ ਸੰਘਰਸ਼ ਜਮਹੂਰੀ ਇੱਕ ਸਾਡਾ ਤਰੀਕਾ ਵੀ ਹੈਗਾ ਅਤੇ ਇਸ ਨੂੰ ਹੀ ਰੋਕਣਾ ਕੋਈ ਮੈਨੂੰ ਲੱਗਦਾ ਕਿ ਕੋਈ ਟਿੱਪਣੀ ਆਪਾਂ ਕਰ ਨਹੀਂ ਸਕਦੇ। ਹੁਣ ਮੈਨੂੰ ਇਹ ਦੱਸੋ ਵੀ ਜਿਹੜੀ ਸੁਪਰੀਮ ਕੋਰਟ ਕਹਿੰਦੀ ਹੈ ਵੀ ਤੁਸੀਂ ਜਿਹੜੀ ਤੈਅ ਥਾਵਾਂ ਨੇ ਉੱਥੇ ਜਾ ਕੇ ਪ੍ਰਦਰਸ਼ਨ ਕਰੋ, ਅਤੇ ਇਹਨਾਂ ਜਥੇਬੰਦੀਆਂ ਨੂੰ ਉੱਥੇ ਜਾਣ 'ਚ ਕੀ ਹਰਜ ਹੈ ਵੀ ਤੈਅ ਥਾਂ 'ਤੇ ਜਾ ਕੇ ਪ੍ਰਦਰਸ਼ਨ ਕਰਨ, ਸੜਕਾਂ 'ਤੇ ਜਾਂ ਹੋਰ ਥਾਵਾਂ 'ਤੇ ਨਾ ਕਰਨ। ਤਾਂ ਵੀ ਇਹ ਸੁਪਰੀਮ ਕੋਰਟ ਕਹਿ ਰਹੀ ਜਦ ਨਹੀਂ ਤੁਸੀਂ ਤੈਅ ਥਾਵਾਂ ਜਿਹੜੀਆਂ ਸਰਕਾਰ ਨੇ ਨਿਸ਼ਚਿਤ ਕੀਤੀਆਂ ਉੱਥੇ ਜਾ ਕੇ ਕਰੋ, ਅਤੇ ਇਹਨਾਂ ਜਥੇਬੰਦੀਆਂ ਨੂੰ ਕੀ ਹਰਜ ਹੈ? ਅਸਲ ਦੇ ਵਿੱਚ ਜਮਹੂਰੀਅਤ ਦੇ ਵਿੱਚ ਜਿਹੜਾ ਕਿਹਾ ਜਾਂਦਾ ਨਾ ਕਿ ਜਮਹੂਰੀ ਤਰੀਕੇ 'ਚ ਮੈਂ ਰੋਸ ਪ੍ਰਗਟ ਕਰਨਾ ਜਾਂ ਮੈਂ ਕਿਸੇ ਨੂੰ ਕੋਈ ਗੱਲ ਦੱਸਣੀ ਹੈ, ਦੱਸਣੀ ਕਿੱਥੇ ਹੈ? ਉੱਥੇ ਹੀ ਜਾਊਂਗਾ ਜਿੱਥੇ ਕੋਈ ਅਥਾਰਟੀ ਹੈ ਨਾ, ਜਿੱਥੇ ਕੋਈ ਬੈਠਾ ਹੈ ਵੀ ਮੈਂ ਉਹਨੂੰ ਗੱਲ ਸੁਣਾਉਣੀ ਹੈ। ਅਤੇ ਮੈਂ ਚੰਡੀਗੜ੍ਹ ਦੀ ਮਿਸਾਲ ਲਿਆ। ਮੰਨ ਲਓ ਚੰਡੀਗੜ੍ਹ ਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਤੋਂ ਪਹਿਲਾਂ ਹੀ ਇੱਥੇ ਤਾਜ ਹੋਟਲ ਹੈ ਮਟਕਾ ਚੌਂਕ ਦੇ ਨੇੜੇ, ਇੱਕ ਹੋਟਲ ਨਾਲ ਅੱਟੀ ਸੱਟੀ ਕਰਕੇ ਤਤਕਾਲੀ ਰਾਜਪਾਲ ਨੇ ਇੱਥੇ ਧਰਨੇ ਪ੍ਰਦਰਸ਼ਨ ਜਾਂ ਜਿਹੜੇ ਕਰਨੇ ਸੀ ਬੰਦ ਕਰਤੇ ਮਟਕਾ ਚੌਕ 'ਤੇ। ਮਟਕਾ ਚੌਕ 'ਤੇ ਕਿਉਂ ਹੁੰਦੇ ਸੀ? ਕਿਉਂਕਿ ਉਹਦੇ ਪਰਲੇ ਪਾਸੇ ਛਾਂ ਵੀ ਸੀ, ਦਰਖਤ ਲੱਗੇ ਹੋਏ ਸੀ, ਉਦੋਂ ਰੋਜ਼ ਗਾਰਡਨ ਹੈ। ਜਿਹੜਾ ਬੰਦਾ ਆਉਂਦਾ ਸੀ ਉਹਦੇ ਖਰਚੇ ਵੀ ਘੱਟ ਹੁੰਦੇ ਸੀ, ਟੈਂਟ ਟੁੰਟ ਘੱਟ ਲਾਉਣੇ ਪੈਂਦੇ ਸੀ, ਸਾਈਡ 'ਤੇ ਉਹ ਰਸਤਾ ਨਹੀਂ ਸੀ ਰੁਕਦਾ ਹਮੇਸ਼ਾ। ਉੱਥੇ ਦੀ ਲੋਕ ਵਿਧਾਨ ਸਭਾ ਨੂੰ ਵੀ ਜਾਂਦੇ ਸੀ, ਉੱਥੇ ਦੇ ਲੋਕ ਪੰਜਾਬ ਸੈਕਟਰੀਏਟ ਨੂੰ ਵੀ ਜਾਂਦੇ ਸੀ, ਅਤੇ ਉੱਧਰੋਂ ਹੀ ਜੇ ਚੀਫ ਮਿਨਿਸਟਰ ਦੇ ਜਾਣਾ ਮੰਗ ਪੱਤਰ ਦੇਣ ਉਹ ਵੀ ਸੀ। ਉਹ ਹਾਈ ਕੋਰਟ ਨੂੰ ਵੀ ਉਹੀ ਰਸਤਾ ਸੀ। ਉਹ ਲੋਕਾਂ ਦਾ ਇਕੱਠ ਜਾਂਦੇ ਆਉਂਦੇ ਸਭ ਨੂੰ ਦਿਖਦਾ ਸੀ ਕਿ ਕੋਈ ਧਿਰ ਇਹ ਬੈਠੀ ਹੈ, ਉਹਨਾਂ ਤੱਕ ਇੱਕ ਚਰਚਾ ਚੱਲਦੀ ਸੀ। ਤਾਂ ਉੱਥੇ ਬੰਦ ਕਰਕੇ 25 ਸੈਕਟਰ ਬਣਾਤਾ ਰਸਤਾ। ਲੋਕ ਕਹਿੰਦੇ ਨੇ ਉੱਥੇ ਸ਼ਮਸ਼ਾਨ ਘਾਟ ਹੈ ਅਤੇ ਉਹਦੇ ਨੇੜੇ ਤੁਸੀਂ ਸਾਡਾ ਰਸਤਾ ਬਣਾਤਾ। ਹੁਣ ਕੋਈ ਨਹੀਂ ਜਾਂਦਾ ਉੱਥੇ, ਕੋਈ ਵੱਡੀਆਂ ਪਾਰਟੀਆਂ ਜਿਹਨੇ ਲੱਖਾਂ ਦਾ ਇਕੱਠ ਕਰਨਾ ਉਹ ਤਾਂ ਚਾਹੇ ਕਰ ਲੇ, ਪਰ ਜਿਹੜੇ ਛੋਟੇ ਕੋਈ 1000 ਬੰਦਾ ਆਉਣਾ, 200 ਬੰਦਾ ਆਉਣਾ, 50 ਬੰਦਿਆਂ ਨੇ ਗੱਲ ਕਰਨੀ, ਉਹ ਤਾਂ ਉੱਥੇ ਉਹੀ ਰੁੜ ਜਾਂਦਾ ਐਡੇ ਵੱਡੇ ਗਰਾਊਂਡ 'ਚ। ਉੱਥੇ ਤਾਂ ਪੱਤਰਕਾਰ ਨਹੀਂ ਖਬਰ ਲੈਣ ਜਾਂਦਾ ਛੇਤੀ, ਮਤਲਬ ਬਾਕੀ ਤਾਂ ਛੱਡੋ ਜਿਹੜੀਆਂ ਲੋਕਾਂ ਦੀਆਂ ਤਾਂ ਗੱਲਾਂ। ਅਤੇ ਇਹਦੇ ਨਾਲ ਫਿਰ ਕੀ ਵਾਪਰਦਾ? ਹੁਣ ਕਿਸਾਨ ਜਾਂ ਲੋਕ ਇਕੱਠੇ ਹੁੰਦੇ ਨੇ ਅੰਬ ਸਾਹਿਬ ਮੋਹਾਲੀ, ਉਹ ਫਿਰ ਚੰਡੀਗੜ੍ਹ 'ਚ ਵੜਨ ਨੂੰ ਚੱਲਦੇ ਨੇ ਅਤੇ ਚੰਡੀਗੜ੍ਹ ਦੀ ਹੱਦ 'ਤੇ ਲਾਠੀ ਚਾਰਜ ਹੁੰਦਾ ਜਾਂ ਉੱਥੇ ਰੋਕ ਕੇ ਫਿਰ ਉੱਥੇ ਉਹ ਸੜਕ ਰੋਕ ਲੈਂਦੇ ਨੇ। ਹੋਰ ਕੀ ਕਰਨ ਜਾਂ ਤੁਸੀਂ ਅੰਦਰ ਨਹੀਂ ਜਾਣ ਦਿੰਦੇ। ਲੋਕ ਆਉਂਦੇ ਨੇ ਜੀਰਕਪੁਰ ਸਾਈਡ ਤੋਂ, ਜਿੱਥੇ ਨਾਕਾ ਲੱਗਿਆ ਹੋਇਆ ਸਿਟੀ ਬਿਊਟੀਫੁਲ ਦਾ, ਉੱਥੇ ਤੁਸੀਂ ਰੋਕ ਲੈਂਦੇ ਹੋ ਅਤੇ ਉਹ ਸੜਕ 'ਤੇ ਬਹਿ ਜਾਂਦੇ ਨੇ। ਲੋਕ ਆਉਂਦੇ ਨੇ ਮੁੱਲਾਂਪੁਰ ਤੋਂ, ਉਹ ਉੱਥੇ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿੱਥੇ ਅਸੀਂ ਵਿਚਾਰ ਪ੍ਰਗਟ ਕਰਨਾ ਹੈ, ਜਿੱਥੇ ਅਸੀਂ ਜਾਣਾ ਹੈ, ਉੱਥੇ ਘੱਟੋ ਘੱਟ ਉਹਦੀ ਆਵਾਜ਼ ਪਹੁੰਚੇ। ਦੂਜੀ ਗੱਲ ਇਹ ਹੈ
कि प्रशासन हमेशा ये चाहुंदा है कि उसकी सिरदर्दी ना बने। सिरदर्दी बाहर किते भी तुहानूं कहता उत्थे जाके नारे मारो, नारे मार के मुड़ जाओ। आफ्टर लोग चून भून इकट्ठा करके उन्होंने जेबां च मार नहीं लगे। अमीर आदमी नहीं प्रोटेस्ट करता, वो पहला फंड इकट्ठा करते हैं, फिर कोई टैंपू करते हैं, कोई कार करता, कोई बस करता है, तो 2 घंटे इसे गल ही लिया। इसलिए उन्होंने जाम लाउणा पै रहा है कि कोई मुख मंत्री के दफ्तर चों जां किसी होर दफ्तर चों आके साडा मैमोरेंडम ले जे। केवल इन्नी गल दे नहीं सुप्रीम कोर्ट जां अदालतां नूं जां डेमोक्रेटिक सैटअप नूं इस गल ते मेरे ख्याल ऑर्डर जारी करने चाहिए ने कि जे डेमोक्रेसी च लोग तंग ने, वो जे तुहाडे कोल ये कह रहे हैं अपने पिंड च बैठे भी, अपने कस्बे च बैठे भी कि मेरी ये प्रॉब्लम है, तो संबंधित मंत्री, MLA, DC, बाकी दे अफसर उन्हों की जिम्मेवारी होवे क्योंकि वो बनाने वाले लोग ने उत्थे जाके उन्हों की गल सुनना तो उत्थे जाके उन्होंने तो मंग पत्र लैके आउणा। हुण दूजी गल ये है, एक गल है कि परमिशन लो जी, पहला प्रशासन नूं दसो तुसीं कित्थे करना है। लोगों ने DC खिलाफ धरना लाउणा, DC नूं कहंदे ने साहब तुहाडे खिलाफ धरना ला लीए। ये कोई तरीका? वो कहूगा कदों कहूगा कि मेरे खिलाफ तुसीं धरना ला लो जां तुसीं ऐ करो ऐ करो। जमहूरीयत दे विच लोकां दी ऐ मैनेज नहीं हो सकती। जे अथॉरिटी ने रन करना है, जे पुलिस ने रन करना है, जे बाकी लोगों ने दसना है कि तुसीं इत्थे धरना ला लो, इत्थे ना ला लो, इत्थे नारा लाओ, इत्थे ना ला लो, तो ये काहदी डेमोक्रेसी है? डेमोक्रेसी का मजाक बन जाएगा। इसे करके जिवें दिल्ली का जंतर मंतर है, वो पार्लीमेंट के नेड़े है, तो उत्थे लोग जाते हैं, तो धरने चलते ही रहते हैं दिन रात। कदे 10-20 धरने चलते रहे, छोटे छोटे बैठे ने बंदे अपनी गल करते हैं, तो पत्रकार आ जाते हैं, खबर लै जाते हैं, अगले की कितने छप जाती है। ये जी नामजद गल है, ये तो मेरे ख्याल दिल्ली नूं सोच के, बड़े शहरों नूं सोच के आई हुई गल लगती है। हुण बंदा कोई बैठा छोटे जे महल्ले, छोटे जे शहर च किते जाके वो प्रोटेस्ट करना चाहुंदा है, फिर पिंड वाले लिए किहड़ी जगह नामजद करोगे? मैं तो पिंड च ही करना, वो सामने सड़क ते आ जाता है, तो उत्थे जाके करना चाहुंदा है वो। इसलिए जिहड़ा बहुत जिन्हों आपां भारत ते इंडिया का एक फर्क कहने हैं ना, ग्रास रूट लैवल ते जिहड़े लोग ने, उन्हां लई तां इहदे च कोई मतलब ही नहीं बचेगा। फिर तो घरों तो बाहर नहीं आ सकने कि उन्हां लई जगह कित्थे लभोगे तुसीं? उन्हां नूं ये करना। इसलिए इहदे लई ये भी है कि जिहड़ा बुनियादी हक संविधान ने दिता है, आर्टिकल 19(1) ते 2 का जिहड़ा वो पा के क्लॉज ने, उन्हें दिता है कि तुसीं शांतमई तरीके दे नाल कोई भी गल कहण दा हक रखते हो, विचार प्रगटावा। उहदे च 19(1)(2) जदों इनवॉल्व हो जाता है, तो 20 उहदा पार्ट वो कहंदा तुसीं शांतमई तरीके दे नाल तुहानूं संगठन बनाउण दा हक है, तुहानूं इकट्ठे होण दा हक है, तो इकट्ठे होके तुहानूं अपनी गल कहण दा हक है। किते भी केवल इक्को गल ते बंदिश आउंदी है कि वो हिंसा ना भड़कावे, वो लॉ एंड ऑर्डर की उस लैवल की समस्या क्रिएट ना करे। हुण शाहीन बाग दे विच किहड़ी हिंसा सी? शाहीन बाग ने किहड़ी लॉ एंड ऑर्डर की समस्या पैदा की, जां बाकी दे जिहड़े प्रदर्शन हो रहे हैं उहदे च की कीता? ये तां मतलब कोई उस पासे गल नहीं हुई, कोई दस्सिया नहीं किसी ने, ना तो इंटरलोकेटर की रिपोर्ट जां तां सामने आउंदी कि उन्होंने ये कहा होवे कि इधर उधरली कोई गल हो रही है। इन्ना पीसफुल ते इन्ना लम्मा बिना किसी प्रोवोकेशन दे जे कोई मोर्चा चलिया लंबे समय बाद इस देश के विचों चलिया सीगा। और मैनू लगता है कि ये बहुत बड़ा सवाल है। हौली हौली लोगों के जिहड़े हक ने उन्होंने एक घेरा पाया जा रहा है कि वो ना अपनी गल बेबाक। कोई भी जमहूरीयत उन्ना चिर नहीं चलती। ईवन अमरीका का प्रेजिडेंट जो ट्रंप ने सौं चुकी है, सौं चुक समागम नाल हो रहा, उहदे नाल पैरल कह रहे हैं कि ट्रंप बर्बाद कर दूगा, तो लोगों को उत्थे भी मीडिया खड़ा, तो उत्थे भी मीडिया खड़ा, तो उन्होंने आके कहा कि हाँ जी सानू ये राइट है, कॉन्स्टिट्यूशन दे रहे हैं। तो एक सवाल ये उठता है भी जिवें सुप्रीम कोर्ट ने कहा भी जनतक थां ते कब्जा नहीं जमा सकता। हुण कोई VIP लंघदा, सड़क बंद करती जाती है, जां कोई सड़क बन रही है, महीने हो गए, साले हो गए, तो वह भी बंद है। ये बारे सुप्रीम कोर्ट का इत्थे फैसला लागू होंदा कि नहीं? नहीं, बिल्कुल। जेकर ये लॉजिक है कि राहगीर तंग होंदे ने, इक्को दलील है ना कि ये नाल दूजे लोगों को परेशानी होंदी है। ये तो फिर भी धरना वो ला रहे हैं जिहड़े परेशान बंदे ने। आप किसी का घरों उठ के आउणा, आपदे बच्चों नूं छड्डना और आके रड़े मैदान बैठना, धुप्पां च सर्दियां च बैठना, ये तो किसी का शौक नहीं है, ये मजबूरियां ने। पर जिहड़े VIP जांदा है जां होर किन्ने इहो जिहे कंस्ट्रक्शन वर्क चल जाता, इन्ना इन्ना चिर तुसीं बंद ही रखते हो, रोड तुसीं नहीं संवारदे मौके ते, जिहड़ी डेडलाइन दित्ती है उहदे मुताबिक काम नहीं करते। और वो VIP के जिन्ने खर्चे, वो तो दिल्ली च भी सब दे सामने लगता, VIP दे विच सारे लोग ने, पॉलीटिशियन भी ने, ब्यूरोक्रेट भी ने, जज भी ने, सारे लोग VIP ने जिहड़े लोग हैं।
ਸੜਕਾਂ ਦੀਆਂ ਸੜਕਾਂ ਤੁਸੀਂ ਡਾਇਵਰਟ ਕਰ ਦਿੰਦੇ ਹੋ ਤੇ ਉਹਦੇ ਨਾਲ ਰਾਹਗੀਰਾਂ ਨੂੰ ਤੰਗੀ ਨਹੀਂ ਆਉਂਦੀ। ਜੇ ਇੱਕ ਅਸੂਲ ਹੈ ਤਾਂ ਉਹਨਾਂ ਤੇ ਕਿਉਂ ਨਹੀਂ ਲੱਗਦਾ, ਫਿਰ ਫੋਲੋ ਕਿਉਂ ਕਰਦੇ ਹੋ ਉਸ ਗੱਲ ਨੂੰ ਜੋ ਵੀ ਹੁੰਦਾ, ਤੇ ਉਹਨੂੰ ਤੁਸੀਂ ਕੋਈ ਨਾ ਕੋਈ ਹੋਰ ਚੀਜ਼ ਦੇ ਦਿੰਦੇ ਹੋ, ਉਹਦੀ ਸਿਕਿਉਰਿਟੀ ਨੂੰ ਖਤਰਾ ਹੈ। ਮੈਂ ਇਹਦੇ 'ਚ ਇੱਕ ਗੱਲ ਹੋਰ ਜੋੜਨਾ ਚਾਹੂੰਗਾ। ਹੁਣ ਸਰਕਾਰੀ ਅਫਸਰ ਹੈ ਜਾਂ ਸਿਆਸਤਦਾਨ ਹੈ, ਉਹ ਸਰਕਾਰੀ ਕੋਠੀਆਂ 'ਚ ਵੀ ਆਪਣੀ ਮਿਆਦ ਪੁੱਗਣ ਤੋਂ ਜਾਂ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਕਬਜ਼ਾ ਜਮਾਈ ਬੈਠੇ ਰਹਿੰਦੇ ਨੇ। ਕਿ ਇਹ ਫੈਸਲਾ ਸਿਰਫ ਸੜਕਾਂ ਤੱਕ ਹੀ ਹੈ ਕਿ ਕੋਠੀਆਂ ਤੱਕ ਵੀ ਹੈ ਵੀ ਇਹ ਛੱਡੋ ਇਹਨੂੰ? ਨਹੀਂ, ਮੈਨੂੰ ਲੱਗਦਾ ਇਹ ਤਾਂ ਹੈਗਾ ਇਕੱਲੇ ਪ੍ਰੋਟੈਸਟਾਂ 'ਤੇ, ਪਰ ਜੇ ਉਹਨੂੰ ਖੋਲ੍ਹਿਆ ਜਾਏਗਾ, ਅੱਗੇ ਤੋਂ ਅੱਗੇ ਗੱਲ ਕੀਤੀ ਜਾਏਗੀ। ਅਸਲ ਦੇ ਵਿੱਚ ਤਾਂ ਇਹ ਗੱਲ ਹੈ ਕਿ ਕਾਨੂੰਨ ਦੇ ਰਾਜ ਦੀ ਬਹਾਲੀ ਮੇਨ ਗੱਲ ਹੈ। ਜਿੰਨਾ ਚਿਰ ਸਿਸਟਮ ਦੇ ਵਿੱਚ ਬੇਇਨਸਾਫੀ ਰਹੂਗੀ, ਸਿਸਟਮ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੀ ਸੁਣਵਾਈ ਨਹੀਂ ਹੋਏਗੀ, ਉਹਨਾਂ ਚਿਰ ਲੋਕਾਂ ਨੇ, ਚਾਹੇ ਤੁਸੀਂ ਜੋ ਮਰਜ਼ੀ ਕਰ ਲਓ, ਲੋਕਾਂ ਨੇ ਅੰਗਰੇਜ਼ਾਂ ਦੇ ਖਿਲਾਫ ਵੀ ਕੀਤਾ। ਅੰਗਰੇਜ਼ ਇਹ ਕਹਿੰਦੇ ਸੀ ਅਸੀਂ ਨਹੀਂ ਕਰਨ ਦੇਣਾ, ਲਾਠੀ ਚਾਰਜ ਕਰਾਂਗੇ, ਗੋਲੀ ਚਲਾਵਾਂਗੇ, ਜਲਿਆਂਵਾਲਾ ਬਾਗ ਵੀ ਹੋ ਗਿਆ, ਬਾਕੀ ਵੀ, ਪਰ ਲੋਕ ਥੋੜ੍ਹੀ ਹਟੇ ਨੇ। ਲੋਕਾਂ ਨੇ ਆਜ਼ਾਦੀ ਜਿਹੜੀ ਹੈ, ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਹੈ, ਵਿਚਾਰਾਂ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਲੜ ਕੇ ਤੇ ਕੁਰਬਾਨੀਆਂ ਦੇ ਕੇ ਲਈ ਹੈ। ਤੇ ਮੁੜ ਕੇ ਵੀ ਚਾਹੇ ਕੋਈ ਵੀ ਡੰਡਾ, ਕਿਸੇ ਦੀ ਵੀ ਕੋਈ ਜੱਜਮੈਂਟ ਹੋਵੇ ਜਾਂ ਸਰਕਾਰੀ ਆਰਡਰ ਹੋਣ, ਉਹ ਇਹਨੂੰ ਬੰਦ ਨਹੀਂ ਕਰ ਸਕਦੇ ਪੂਰੀ ਤਰ੍ਹਾਂ ਜਿੰਨਾ ਚਿਰ ਜਿੰਦਾ ਮਨੁੱਖ ਕਾਇਮ ਨੇ ਉਸ ਸਾਰੇ ਮਾਮਲੇ ਦੇ ਵਿੱਚ। ਉਹਦੇ ਲਈ ਤੁਹਾਨੂੰ ਇਨਸਾਫ ਪਸੰਦੀ ਦਾ ਤਰੀਕਾ ਲਾਗੂ ਕਰਨਾ ਪਏਗਾ। ਔਰ ਜਿਹੜੀ ਜੱਜਮੈਂਟ ਜਾਂ ਤਾਂ ਸੁਪਰੀਮ ਕੋਰਟ ਸੁਣਦੀ, ਜਿਹੜੀ CAA ਤੇ ਜਿਹੜੀ ਇੱਕ ਪਟੀਸ਼ਨ ਸੁਪਰੀਮ ਕੋਰਟ 'ਚ ਪਾਈ ਹੈ, ਜਾਂ ਤਾਂ ਅੱਜ ਤੱਕ ਸੁਪਰੀਮ ਕੋਰਟ ਉਹ 'ਤੇ ਕੋਈ ਡਿਸੀਜਨ ਦੇ ਦਿੰਦੀ, ਉਹ ਜ਼ਿਆਦਾ ਬਿਹਤਰ ਸੀ ਕਿ ਉਹ ਠੀਕ ਹੈ, ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ। ਇਹ ਪਾਈ ਹੋਈ ਪਟੀਸ਼ਨ ਹੈ ਇੱਕ। ਲੋਕ ਇਨਸਾਫ ਲੈਣ ਜਾਂਦੇ ਨੇ। ਪਹਿਲਾਂ ਕੋਈ ਵੀ ਬੰਦਾ ਧਰਨੇ 'ਚ ਨਹੀਂ ਹੁੰਦਾ, ਪਹਿਲਾਂ ਉਹ ਮੰਗ ਪੱਤਰ ਦਿੰਦੇ ਨੇ, ਪਹਿਲਾਂ ਉਹ ਸਰਕਾਰਾਂ ਨੂੰ। ਹੁਣ ਪੰਜਾਬ ਦਾ ਕਿਸਾਨ ਹੈ, ਪੰਜਾਬ ਦੇ ਕਿਸਾਨ 5 ਜੂਨ ਤੋਂ ਲੈ ਕੇ ਜਦੋਂ ਦੇ ਆਰਡੀਨੈਂਸ ਆਏ, ਉਦੋਂ ਕਰੋਨਾ 'ਚ ਇਕੱਠੇ ਹੋਣ 'ਤੇ ਵੀ ਪਾਬੰਦੀ ਸੀ, ਉਦੋਂ ਦੇ ਉਹ ਚਿੱਠੀਆਂ ਭੇਜ ਰਿਹਾ, ਉਦੋਂ ਦੇ ਅਖਬਾਰਾਂ 'ਚ ਬਿਆਨ ਦੇ ਰਿਹਾ, ਉਦੋਂ ਦਾ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਜੀ ਇਹ ਗਲਤ ਹੈ, ਸਾਡੇ ਨਾਲ ਡਿਸਕਸ ਨਹੀਂ ਹੋਈ, ਸਾਡੇ ਨਾਲ ਚਰਚਾ ਨਹੀਂ ਹੋਈ। ਜਿੰਨਾ ਚਿਰ ਸਾਡੇ ਨਾਲ ਚਰਚਾ ਨਹੀਂ ਹੁੰਦੀ, ਉਹਨਾਂ ਚਿਰ ਇਹਨੂੰ ਪਾਰਲੀਮੈਂਟ 'ਚ ਨਾ ਲਿਆਂਦਾ ਜਾਵੇ, ਆਰਡੀਨੈਂਸ ਨੂੰ ਅੱਗੇ ਨਾ ਕੀਤਾ ਜਾਵੇ। ਇਕੱਲਾ ਕਿਸਾਨ ਨਹੀਂ, ਪੰਜਾਬ ਦੀਆਂ ਜ਼ਿਆਦਾਤਰ ਪਾਰਟੀਆਂ ਨੇ ਵੀ ਇਹੀ ਕਿਹਾ, BJP ਨੂੰ ਛੱਡ ਕੇ। ਤੇ ਜੇ ਕੋਈ ਸੁਣਨ ਲਈ ਤਿਆਰ ਨਹੀਂ ਤਾਂ ਉਹਦੇ ਕੋਲ ਰਸਤਾ ਕੀ ਹੈ ਫਿਰ? ਮਤਲਬ ਕਿਵੇਂ ਸੁਣਾਏ? ਹੁਣ ਇੰਨੇ ਦੇਰ ਤੋਂ ਬੈਠੇ ਨੇ ਤਾਂ ਇੱਕ ਚਿੱਠੀ ਆਈ ਹੈ, ਉਹ ਵੀ ਚਿੱਠੀ ਜਿਹੜੀ ਜਿਹੋ ਜੀ ਹੈ, ਸਭ ਨੇ ਦੇਖਿਆ ਕਿ ਕਿਸਾਨਾਂ ਨੇ ਮਨਾ ਕਰਤਾ ਵੀ ਐਸੀ ਚਿੱਠੀ ਦੀ ਲੋੜ ਨਹੀਂ ਹੈ। ਪ੍ਰਸ਼ਾਸਨ ਇੰਨਾ ਗੈਰ ਸੰਵੇਦਨਸ਼ੀਲ ਹੋ ਚੁੱਕਾ ਹੈ, ਸਰਕਾਰਾਂ ਇੰਨੀਆਂ ਮਨਮਾਨੀ 'ਤੇ ਉਤਰ ਆਈਆਂ ਨੇ, ਲੋਕਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਤਾਂ ਲੋਕਾਂ ਕੋਲ ਜਮਹੂਰੀ ਤਰੀਕੇ ਨਾਲ ਪ੍ਰੋਟੈਸਟ ਕਰਨ ਤੋਂ ਬਿਨਾਂ ਕੋਈ ਰਾਹ ਨਹੀਂ। ਜੇ ਉਹਨਾਂ ਦਾ ਜਮਹੂਰੀ ਤਰੀਕਾ, ਨਾਰਮਲੀ ਇਹ ਕਿਹਾ ਜਾਂਦਾ, ਸੁਪਰੀਮ ਕੋਰਟ ਨੇ ਇਹ ਕਿਹਾ ਜੰਮੂ ਕਸ਼ਮੀਰ ਦੇ ਮਾਮਲੇ 'ਚ, ਕਿ ਸੇਫਟੀ ਵਾਲੋ ਹੈ ਜਿਹੜਾ ਪ੍ਰੋਟੈਸਟ ਹੈ। ਜੇ ਪ੍ਰੋਟੈਸਟ ਦੀ ਜ਼ੁਬਾਨਬੰਦੀ ਤੁਸੀਂ ਕਰ ਦੋਗੇ ਤਾਂ ਇਦੋਂ ਬਾਅਦ ਲੋਕ ਹਿੰਸਕ ਵਾਲੇ ਪਾਸੇ ਧੱਕੇ ਜਾਂਦੇ ਨੇ ਮਜਬੂਰੀ ਬਸ। ਫਿਰ ਲੋਕ ਇਹ ਕਹਿੰਦੇ ਨੇ ਕਿ ਸਾਡੀ ਕੋਈ ਸੁਣਵਾਈ ਨਹੀਂ, ਜੰਗ ਬਲੱਡ ਉਬਲਦਾ, ਤੇ ਉਹਨੂੰ ਜ਼ਬਰਦਸਤੀ ਬਾਹਰ ਆ ਕੋਈ ਉਹਨੂੰ ਐਕਸਪਲਾਈਟ ਵੀ ਕਰ ਸਕਦਾ, ਤੇ ਉਧਰ ਨੂੰ ਧੱਕੇ ਜਾਂਦੇ ਨੇ। ਇਸ ਲਈ ਦੇਸ਼ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਇੱਦਾਂ ਐਕਸਪ੍ਰੈਸ਼ਨ ਦੇ ਵਾਸਤੇ ਜਗ੍ਹਾ ਹੋਰ ਮੋਕਲੀ ਕੀਤੀ ਜਾਵੇ ਤੇ ਉਹਦੀ ਸੁਣਵਾਈ ਕੀਤੀ ਜਾਵੇ। ਜੱਜਮੈਂਟਾਂ ਪ੍ਰਸ਼ਾਸਨ ਦੇ ਤੇ ਸਰਕਾਰਾਂ ਦੇ ਮਾਮਲੇ 'ਚ ਦਿੱਤੀਆਂ ਜਾਣ ਕਿ ਤੁਸੀਂ ਸੁਣਵਾਈ ਕਰੋ, ਤੁਸੀਂ ਲੋਕਾਂ ਨੂੰ ਇਨਸਾਫ ਦਿਓ। ਇਨਸਾਫ ਦਿਓਗੇ ਤਾਂ ਲੋਕ ਆਪਣੇ ਕੰਮ ਧੰਦੇ ਲੱਗੇ ਰਹਿਣਗੇ ਤੇ ਨਹੀਂ ਕਰਨਗੇ। ਇਹ ਉਲਟਾ ਪਾਸਾ ਹੈ ਕਿ ਜਿਹੜੇ ਮੰਗ ਰਹੇ ਨੇ ਉਹਨਾਂ ਨੂੰ ਦਬਾ ਦਿਓ। ਇਹ ਮੇਰਾ ਖਿਆਲ ਹੈ ਖਤਰਨਾਕ ਰਾਹ ਹੋਏਗਾ। ਇਹ ਜਮਹੂਰੀ ਦੇਸ਼ਾਂ ਦੇ ਵਿੱਚ, ਡੈਮੋਕ੍ਰੇਟਿਕ ਦੇਸ਼ਾਂ ਦੇ ਵਿੱਚ ਨਾ ਇੰਡੀਵਿਜੂਅਲ ਦਾ ਹੱਕ, ਨਿੱਜੀ ਹੱਕ, ਤੇ ਨਾ ਸਮੂਹਿਕ ਹੱਕ, ਦੋਨਾਂ ਨੂੰ ਇਕੱਠਾ ਕਰਕੇ ਇੱਕ ਟਾਈਪ ਦਾ ਉਹਨਾਂ 'ਤੇ ਤਾਨਾਸ਼ਾਹ ਔਰ ਐਮਰਜੈਂਸੀ ਦਾ ਰਸਤਾ ਜਿਹੜਾ ਹੋਰ ਜ਼ਿਆਦਾ ਸਖਤ ਕੀਤਾ ਜਾ ਰਿਹਾ ਹੈ। ਦੋਸਤੋ, ਸੁਪਰੀਮ ਕੋਰਟ ਦਾ ਫੈਸਲਾ ਆਮ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ, ਪਰ ਹੁਣ ਇਹ ਦੇਖਣਾ ਹੈ ਕਿ ਪ੍ਰਸ਼ਾਸਨ, ਜਿਵੇਂ ਹਮੀਰ ਸਿੰਘ ਹੋਰਾਂ ਨੇ ਕਿਹਾ, ਅਤੇ ਸਰਕਾਰਾਂ ਇਸ ਨੂੰ ਕਿਵੇਂ ਵਰਤਦੀਆਂ ਨੇ, ਜੇ ਕਿਆ ਪੈਂਤੜਾ ਲੈਂਦੀਆਂ ਨੇ, ਇਹ ਸਮਾਂ ਦੱਸੇਗਾ। ਬਹੁਤ ਬਹੁਤ ਧੰਨਵਾਦ।